ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਰਜੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਲਗਾਤਾਰ ਕੋਸ਼ਿਸ਼ ਹੁੰਦੀ ਇਸ ਚੈਨਲ ਦੇ ਜ਼ਰੀਏ ਸਟੱਡੀ ਵੀਜ਼ਾ ਨੂੰ ਲੈ ਕੇ ਔਰ ਖਾਸ ਕਰ ਯੂਕੇ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਤੁਹਾਨੂੰ ਹਰ ਪਹਿਲੂ ਦੇ ਨਾਲ ਨੌਲੇਜ ਕੀਤਾ ਜਾਏ, ਇਨਫੋਰਮਡ ਕੀਤਾ ਜਾਏ ਤਾਂ ਕਿ ਤੁਸੀਂ ਬਿਹਤਰ ਤੇ ਸਟਰੋਂਗ ਡਿਸੀਜਨਸ ਜਿਹੜੇ ਆਪਣੇ ਫਿਊਚਰ ਨੂੰ ਲੈ ਕੇ ਬਣਾ ਸਕੋ। ਸੋ ਯੂਕੇ ਦੇ ਵਿੱਚ ਇੱਕ ਅਕਸਰ ਜਿਹੜੀ ਕੰਪਲੇਂਟ ਆ ਬੱਚਿਆਂ ਦੀ ਰਹਿੰਦੀ ਹੈ ਕਿ ਸਾਡਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈ। ਐਡਮਿਸ਼ਨਸ 'ਤੇ ਬਹੁਤ ਜ਼ਿਆਦਾ ਟਾਈਮ ਲਾ ਦਿੰਦੇ ਆ ਏਜੰਟਸ 2-2 ਮਹੀਨੇ 3-3 ਮਹੀਨੇ ਆਫਰ ਲੈਟਰ ਨਹੀਂ ਦਿੰਦੇ ਆ ਔਰ ਇੱਦਾਂ ਦੇ ਕਈ ਸਾਰੇ ਇਸ਼ੂਜ਼ ਆਪਣੇ ਇੰਟਰਵਿਊਜ਼ ਨੂੰ ਲੈ ਕੇ ਯੂਨੀਵਰਸਿਟੀ ਦੇ ਨਾਲ, ਇੰਟਰਵਿਊ ਦੇ ਰਿਜ਼ਲਟਸ ਨੂੰ ਲੈ ਕੇ ਯੂਨੀਵਰਸਿਟੀ ਦੇ ਨਾਲ, ਫਿਰ ਜਾਂ ਉਸ ਤੋਂ ਬਾਅਦ ਕਾਸ ਲੈਟਰ ਦੇ ਇੰਤਜ਼ਾਰ ਨੂੰ ਲੈ ਕੇ। ਸੋ ਇਹ ਜਿਹੜੇ ਪ੍ਰੋਸੈਸ ਹੈ ਇਹਨਾਂ ਨੂੰ ਕਿੱਦਾਂ ਤੁਸੀਂ ਫਾਸਟ ਕਰ ਸਕਦੇ ਹੋ, ਕਿੱਦਾਂ ਤੁਹਾਡਾ ਏਜੰਟ ਵੀ ਫਾਸਟ ਕਰ ਸਕਦਾ ਹੈ ਔਰ ਉਹਦੇ ਉੱਤੇ ਅੱਜ ਗੱਲਬਾਤ ਕਰਾਂਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਲੇਟੈਸਟ ਇਨਫੋਰਮੇਸ਼ਨ ਇੱਦਾਂ ਦੀ ਅੱਗੇ ਵੀ ਤੁਹਾਡੇ ਵਾਸਤੇ ਆਉਂਦੀ ਰਹੇ ਔਰ ਉਹਦੇ ਨਾਲ ਨਾਲ ਤੁਸੀਂ ਅਗਰ ਕੋਈ ਸਵਾਲ ਰਹਿ ਜਾਏ, ਕੋਈ ਕੁਐਸਚਨ ਰਹਿ ਜਾਏ ਤਾਂ ਤੁਸੀਂ ਡੈਫੀਨਿਟਲੀ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਉੱਥੇ ਜਾ ਕੇ। ਸੋ ਯੂਕੇ ਦੇ ਵਿੱਚ ਜਦੋਂ ਆਪਾਂ ਐਪਲੀਕੇਸ਼ਨ ਲਗਾਉਣੀ ਆ ਤਾਂ ਕੁਛ ਚੀਜ਼ਾਂ ਦਾ ਖਾਸ ਧਿਆਨ ਰੱਖੋ। ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੁੰਦੀ ਹੈ ਕਿ ਬੀਇੰਗ ਅ ਕੰਸਲਟੈਂਟ, ਜਿੱਦਾਂ ਹੁਣ ਮੈਂ ਕੰਮ ਕਰਦਾ ਤਾਂ ਫੋਰਚੂਨੇਟਲੀ ਕਹ ਲਓ ਮੇਰੇ ਕੋਲ ਤੁਹਾਡੇ ਵਰਗੇ ਦੋਸਤ ਹੈ, ਸਬਸਕ੍ਰਾਈਬਰਸ ਹੈ, ਜਿਹਦੇ ਨਾਲ ਮੇਰਾ ਮੈਸੇਜ ਕਾਫੀ ਟਾਈਮਲੀ ਦੋਸਤਾਂ ਤੱਕ ਪਹੁੰਚ ਜਾਂਦਾ। ਸੋ ਪ੍ਰੋਡਕਟ ਵਾਈਜ਼ ਇੱਥੇ ਚੀਜ਼ ਬਹੁਤ ਬਦਲਦੀ ਹੈ, ਯੂਨੀਵਰਸਿਟੀ ਦੇ ਹਿਸਾਬ ਨਾਲ ਚੀਜ਼ਾਂ ਬਹੁਤ ਬਦਲਦੀਆਂ ਨੇ। ਸੋ ਯੂਨੀਵਰਸਿਟੀ ਦਾ ਸਿਲੈਕਸ਼ਨ ਬਹੁਤ ਇੰਪੋਰਟੈਂਟ ਹੈ। ਯੂਨੀਵਰਸਿਟੀ ਦਾ ਸਿਲੈਕਸ਼ਨ ਹੀ ਡਿਸਾਈਡ ਕਰਦਾ ਹੈ ਕਿ ਪ੍ਰੋਸੈਸ ਟਾਈਮ ਕਿੰਨਾ ਕਰੂਗਾ। ਉਸ ਤੋਂ ਬਾਅਦ ਵੀ ਕਈ ਵਾਰੀ ਚੀਜ਼ਾਂ ਟੈਂਪਰ ਹੋ ਜਾਂਦੀਆਂ ਨੇ ਬਟ ਉਹ ਚਲੋ ਕਿਸੇ ਦੇ ਵੀ ਹੱਥ 'ਚ ਨਹੀਂ ਹੁੰਦੀਆਂ। ਅਨਫੋਰਚੂਨੇਟਲੀ ਕੋਈ ਰੂਲਸ ਚੇਂਜ ਹੋ ਰਿਹਾ, ਕੋਈ ਪਾਲਿਸੀਜ਼ ਰੀਮੇਕਿੰਗ ਹੋ ਰਹੀਆਂ। ਯੂਨੀਵਰਸਿਟੀ ਲੈਵਲ 'ਤੇ ਬਹੁਤ ਕੁਛ ਚੱਲਦਾ ਰਹਿੰਦਾ ਹੈ। ਇੱਥੇ ਕਾਲਜਾਂ ਵਾਂਗੂ ਕਦੀ ਵੀ ਸਿੰਪਲ ਪ੍ਰੋਸੈਸ ਨਹੀਂ ਰਹਿਣਾ। ਜਿੱਦਾਂ ਕੈਨੇਡਾ ਦੇ ਵਿੱਚ ਆਪਾਂ ਡਾਕੂਮੈਂਟ ਭੇਜਦੇ ਹਾਂ, ਆਫਰ ਲੈਟਰ ਆਉਂਦੀ ਹੈ, ਫਾਈਲ ਲੱਗਦੀ ਹੈ, ਕੋਈ ਟਾਈਮ ਵੇਸਟੇਜ ਹੈ ਨਹੀਂ, ਲੇਕਿਨ ਉੱਥੇ ਵੀਜ਼ਾ ਦਾ ਕੋਈ ਭਰੋਸਾ ਹੈ ਨਹੀਂ। ਇੱਥੇ ਤੁਹਾਡਾ ਟਾਈਮ ਜ਼ਰੂਰ ਲੱਗਦਾ ਹੈ ਐਡਮਿਸ਼ਨ ਦੇ ਉੱਤੇ ਬਟ ਇੱਥੇ ਵੀਜ਼ੇ ਦਾ ਭਰੋਸਾ ਕਿੰਨਾ ਜ਼ਿਆਦਾ, ਤਕਰੀਬਨ 100% ਵਰਗਾ ਹੈ। ਸੋ ਯੂਕੇ ਦੇ ਵਿੱਚ ਜਦੋਂ ਵੀ ਐਪਲੀਕੇਸ਼ਨ ਲਾਉਣੀ ਹੈ ਕੁਛ ਚੀਜ਼ਾਂ ਦਾ ਖਾਸ ਧਿਆਨ ਰੱਖੋ। ਇੱਕ ਤਾਂ ਟਾਈਮ ਨੂੰ ਗਿਣ ਕੇ ਦਿਮਾਗ 'ਚੋਂ ਕੱਢ ਦਿਓ ਕਿ 10-15 ਦਿਨਾਂ 'ਚ ਐਡਮਿਸ਼ਨ ਅਤੇ ਇੰਟਰਵਿਊ ਅਤੇ ਕਾਸ ਲੈਟਰ ਸਾਰਾ ਕੁਛ ਹੋ ਸਕਦਾ ਹੈ। ਯੂਕੇ ਦੇ ਵਿੱਚ ਕਦੀ ਵੀ ਆਪਾਂ ਐਪਲੀਕੇਸ਼ਨ ਲਾਵਾਂਗੇ 2 ਤੋਂ 2.5 ਮਹੀਨੇ, ਮਿਨੀਮਮ 3 ਮਹੀਨੇ ਦਾ ਪ੍ਰੋਸੈਸ ਰਹਿ ਸਕਦਾ। ਸੋ 2-3 ਮਹੀਨੇ ਕਾਹਦੇ 'ਚ ਲੱਗਦੇ ਨੇ, ਇਹਦੇ 'ਚੋਂ 15 ਤੋਂ 20 ਦਿਨ ਆਫਰ ਲੈਟਰ 'ਤੇ ਲੱਗਣਗੇ ਅਗਰ ਕੋਈ ਯੂਨੀਵਰਸਿਟੀ ਬਹੁਤ ਫਾਸਟ ਦੇਊਗੀ। ਬਹੁਤ ਘੱਟ ਯੂਨੀਵਰਸਿਟੀਆਂ ਹੋਣਗੀਆਂ ਜਿਹੜੀਆਂ 2 ਜਾਂ 3 ਦਿਨ ਜਾਂ 4 ਦਿਨ ਦੇ ਵਿੱਚ ਆਫਰ ਲੈਟਰ ਦੇਣਗੀਆਂ। ਆਪਾਂ ਜਿੰਨਾ ਚਿਰ ਖਾਸ ਉਹਨਾਂ ਕੋਲੋਂ ਕੋਈ ਐਕਟੀਵਿਟੀ ਨਾ ਚੱਲਦੀ ਹੋਈ। ਕਈ ਵਾਰੀ ਯੂਨੀਵਰਸਿਟੀਜ਼ ਵੀ ਪ੍ਰਮੋਸ਼ਨਲ ਡਰਾਈਵ ਚਲਾਉਂਦੀਆਂ ਨੇ, ਉਸ ਡਰਾਈਵ ਦੇ ਤਹਿਤ ਉਹਨਾਂ ਦਾ ਟਾਰਗੇਟ ਹੀ ਹੁੰਦਾ ਕਿ ਉਹਨਾਂ ਨੇ 24 ਘੰਟੇ 'ਚ ਆਫਰ ਲੈਟਰ ਦੇਣੀ ਹੈ, 48 ਘੰਟੇ 'ਚ ਦੇਣੀ ਹੈ ਜਾਂ ਜਿੱਦਾਂ ਵੀ ਹੈ। ਬਟ ਨੋਰਮਲ ਜਿਹੜਾ ਇੱਕ ਐਵਰੇਜ ਪ੍ਰੋਸੈਸ ਟਾਈਮ ਰਹੂਗਾ ਉਹ 2 ਤੋਂ 3 ਵੀਕ ਦਾ ਰਹੂਗਾ। ਸੈਕੰਡਲੀ ਤੁਸੀਂ ਜਦੋਂ ਸਮਾਂ ਗਿਣਨਾ ਸ਼ੁਰੂ ਕਰਦੇ ਹੋ ਯੂਕੇ ਲਈ, ਉਹ ਸਮਾਂ ਉਦੋਂ ਗਿਣੋ ਜਦੋਂ ਕਾਗਜ਼ ਪੂਰੇ ਕਰ ਦਿੱਤੇ। ਨੋਰਮਲੀ ਸਟੂਡੈਂਟ ਦੀ ਸੋਚ ਕੀ ਹੁੰਦੀ ਹੈ ਕਿ ਜਿੱਦਣ ਮੈਂ ਏਜੰਟ ਨੂੰ ਅਪਲਾਈ ਕਰਤਾ ਉਸ ਤੋਂ ਬਾਅਦ ਜਿੰਨਾ ਵੀ ਟਾਈਮ ਲੱਗ ਗਿਆ ਉਹ ਹੁਣ ਏਜੰਟ ਨੇ ਲਾਇਆ। ਇੱਦਾਂ ਨਹੀਂ ਹੁੰਦਾ। ਯੂਕੇ ਦੇ ਵਿੱਚ ਜਦੋਂ ਅਪਲਾਈ ਹੋਣਾ ਆ ਤੁਹਾਡੇ ਸਾਰੇ ਡਾਕੂਮੈਂਟ ਜਿੱਦਣ ਇਕੱਠੇ ਹੋਣਗੇ, ਅਕੈਡਮਿਕਸ ਦੇ, ਗੈਪ ਦੇ, ਹੋਰ ਜਿਹੜੇ ਤੁਹਾਡੇ ਪ੍ਰੋਫਾਈਲ ਦੇ, ਕੋਈ ਕਾਲਜ ਤੋਂ LOR ਲੈਣੀ ਹੈ, MOI ਲੈਣੀ ਹੈ, ਇਹ ਸਾਰੇ ਡਾਕੂਮੈਂਟਸ ਜਿੱਦਣ ਇਕੱਠੇ ਹੋਣਗੇ ਉਸ ਤੋਂ ਬਾਅਦ SOPs ਬਣਨਗੀਆਂ, ਕੋਰਸ ਸਿਲੈਕਟ ਹੋਏਗਾ, ਫਿਰ ਏਜੰਟ ਅਪਲਾਈ ਕਰੇਗਾ। ਸੋ ਤੁਹਾਡੇ ਔਰ ਏਜੰਟ ਦੇ ਵਿੱਚ ਹੀ ਤਕਰੀਬਨ ਕਈ ਵਾਰ 10 ਤੋਂ 15 ਦਿਨ ਲੱਗ ਜਾਂਦੇ ਆ। ਸਟੂਡੈਂਟ ਦੇ ਕਹਿਣ ਦੀ ਗੱਲ ਹੁੰਦੀ ਹੈ ਰਜਿਸਟਰ ਹੋਣਾ, ਪਰ ਉਹਨੂੰ ਆਪਣੇ ਸਾਰੇ ਡਾਕੂਮੈਂਟ ਪਹੁੰਚਾਉਂਦੇ ਕਾਲਜ ਯੂਨੀਵਰਸਿਟੀ ਤੋਂ ਲੈਂਦੇ ਉਹਨੂੰ ਵੀ ਟਾਈਮ ਲੱਗ ਜਾਂਦਾ। ਸੋ ਉਹ ਜਿਹੜਾ 15-20 ਦਿਨ ਦਾ ਟਾਈਮ ਹੈ ਉਹ ਤੁਸੀਂ ਨਹੀਂ ਗਿਣ ਸਕਦੇ ਉਹਦੇ ਵਿੱਚ ਆਫਰ ਲੈਟਰ 'ਚ। ਆਫਰ ਲੈਟਰ 'ਚ ਤੁਸੀਂ ਉਹੀ ਟਾਈਮ ਗਿਣ ਸਕਦੇ ਹੋ ਜਿੱਦਣ ਆਫਰ ਲੈਟਰ ਲਈ ਐਪਲੀਕੇਸ਼ਨ ਗਈ ਹੈ, ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਨਹੀਂ। ਸੋ ਆਹ ਇੱਕ ਚੀਜ਼ ਹੈ। ਦੂਸਰਾ ਹੈਗਾ ਇੰਟਰਵਿਊਜ਼। ਹੁਣ ਇੰਟਰਵਿਊਜ਼ ਬਹੁਤ ਸਾਰੇ ਬੱਚੇ ਕਿਉਂਕਿ ਇੰਟਰਵਿਊਜ਼ ਦੀ ਪ੍ਰੈਪਰੇਸ਼ਨ ਨੂੰ ਸੀਰੀਅਸ ਨਹੀਂ ਲੈਂਦੇ ਔਰ ਹੁੰਦਾ ਕੀ ਹੈ ਫਿਰ ਉਹ ਫਸਟ ਇੰਟਰਵਿਊ 'ਚ ਕੈਂਸਲ ਹੋ ਜਾਂਦੇ ਆ, ਫਿਰ ਸੈਕਿੰਡ ਨੂੰ ਰੀਡਿਜ਼ਾਈਨ ਕਰਾਉਂਦੇ ਆ ਵਿਚ ਇਜ਼ ਅਗੇਨ ਅ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਜਿਸ 'ਚ ਜ਼ਿਆਦਾ ਸਮਾਂ ਲੱਗਦਾ। ਸੋ ਪਹਿਲੇ ਸਟੈਪ 'ਤੇ ਹੀ ਆਪਣੀਆਂ ਇੰਟਰਵਿਊਜ਼ ਨੂੰ ਉਸ ਹਿਸਾਬ ਨਾਲ ਤਿਆਰ ਕਰੋ, ਆਪਣੇ ਕੰਸਲਟੈਂਟ ਦੀ ਸੁਣੋ ਔਰ ਉਸ ਕੰਸਲਟੈਂਟ ਕੋਲ ਬਿਲਕੁਲ ਅਪਲਾਈ ਨਾ ਕਰੋ ਜਿਹੜਾ ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਕਰਾਉਂਦਾ। ਜਿਹਨੇ ਇੰਟਰਵਿਊ ਦੀ ਟ੍ਰੇਨਿੰਗ ਨਹੀਂ ਕਰਾਉਣੀ, ਤੁਹਾਨੂੰ ਕੋਚਿੰਗ ਨਹੀਂ ਕਰਾ ਸਕਦਾ, ਉਹ ਇੰਨਾ ਕੈਪੇਬਲ ਹੀ ਨਹੀਂਗਾ ਜਾਂ ਉਹਦੀ ਟੀਮ ਇੰਨੀ ਕੈਪੇਬਲ ਨਹੀਂਗੀ, ਤਾਂ ਇਹ ਕੰਮ ਨਾ ਕਰੋ। ਬ੍ਰੌਡਵੇ ਦੇ ਵਿੱਚ ਅਸੀਂ ਡੈਡੀਕੇਟਿਡ 3 ਲੋਕਾਂ ਦੀ ਟੀਮ ਰੱਖੀ ਹੋਈ ਹੈ ਜਿਨ੍ਹਾਂ ਦਾ ਕੰਮ ਜਿਸ ਦਿਨ ਬੱਚਿਆਂ ਨੇ ਸਾਨੂੰ ਕੇਸ ਦੇ ਦਿੱਤੇ, ਜਿਸ ਦਿਨ ਉਹਨਾਂ ਦੀ ਯੂਨੀਵਰਸਿਟੀ ਡਿਸਾਈਡ ਹੋ ਗਈ, ਡਾਕੂਮੈਂਟ ਇਕੱਠੇ ਹੋ ਗਏ, ਅਸੀਂ ਉਸ ਦਿਨ ਤੋਂ ਹੀ ਉਹਨਾਂ ਦੀ ਇੰਟਰਵਿਊ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦੇ ਔਰ ਉਹ ਰੈਗੂਲਰ ਵੀਜ਼ੇ ਤੱਕ ਚੱਲਦੀ ਰਹਿੰਦੀ ਹੈ।
ਕਿਉਂਕਿ ਯੂਨੀਵਰਸਿਟੀ ਦੀ ਇੱਕ ਸਟੇਜ ਹੈ, ਫਿਰ ਐਮਬੈਸੀ ਦੀ ਵੀ ਕਿਸੇ ਦੀ ਆ ਸਕਦੀ ਹੈ। ਸੋ ਜਿੰਨਾ ਚਿਰ ਕੋਈ ਕੰਪਨੀ ਤੁਹਾਨੂੰ ਇੱਦਾਂ ਪ੍ਰੋਫੈਸ਼ਨਲ ਸਰਵਿਸ ਨਹੀਂ ਦੇ ਰਹੀ ਔਰ ਤੁਸੀਂ ਜਸਟ ਕੇਸ ਦੇ ਰਹੇ ਹੋ, ਤਾਂ ਫਿਰ ਤੁਸੀਂ ਲਟਕੋਗੇ ਔਰ ਤੁਹਾਡੇ ਨਾਲ ਸਿਚੁਏਸ਼ਨਸ ਰਹਿਣਗੀ। ਉਸ ਤੋਂ ਬਾਅਦ ਯੂਕੇ ਦੇ ਵਿੱਚ ਜਿਹੜਾ ਟਾਈਮ ਕੰਜ਼ਿਊਮਿੰਗ ਕੰਮ ਹੈ, ਉਹਦੇ ਵਿੱਚ ਮੈਂ ਕਹੂੰਗਾ ਕਿ ਏਜੰਟ ਦੀ ਜ਼ਰੂਰ ਥੋੜ੍ਹੀ ਮੰਨ ਲਿਆ ਕਰੋ, ਕਿਉਂਕਿ ਸਾਡਾ ਵੀ ਇੱਕ ਐਕਸਪੀਰੀਅੰਸ ਹੈ ਕਿਹੜੀ ਯੂਨੀਵਰਸਿਟੀ ਜਲਦੀ ਸਪੀਡ ਨਾਲ ਕੰਮ ਕਰਦੀ ਹੈ, ਕਿਹੜੀ ਨਹੀਂ ਕਰਦੀ ਹੈ। ਹੁਣ ਕਈ ਯੂਨੀਵਰਸਿਟੀ ਸਾਡੇ ਕੋਲ ਇੱਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਇੰਟਰਵਿਊ ਨਹੀਂ ਹੁੰਦਾ। ਜੇ ਬੱਚੇ ਕੋਲ ਡੁਲਿੰਗੋ ਹੈਗਾ, ਆਇਲਸ ਹੈਗਾ, PT ਹੈਗਾ, ਤਾਂ ਉਹ ਨਿਕਲ ਜਾਂਦਾ। ਹੁਣ ਬਹੁਤ ਸਾਰੇ ਬੱਚੇ ਹੁੰਦੇ ਆ ਜਿਹੜੇ ਵਿਦਆਊਟ ਆਇਲਸ ਹੁੰਦੇ ਆ, ਬਟ ਉਹ ਬੱਚੇ ਡੁਲਿੰਗੋ ਕਲੀਅਰ ਕਰ ਸਕਦੇ ਹੁੰਦੇ ਆ, ਬਟ ਉਹ ਇੱਕ ਜ਼ਿੱਦ ਹੁੰਦੀ ਹੈ, ਇੱਕ ਮਤਲਬ ਮਿੱਥ ਬਣੀ ਹੁੰਦੀ ਹੈ ਮਾਈਂਡ 'ਚ, ਨਹੀਂ ਜੀ ਮੈਂ ਡੁਲਿੰਗੋ ਨਹੀਂ ਕਰਨਾ, ਮੇਰਾ ਤਾਂ ਇੱਦਾਂ ਹੀ ਕਰਾਓ। ਹੁਣ ਜਦੋਂ ਤੁਸੀਂ ਇੱਦਾਂ ਹੀ ਕਰਾਓਗੇ ਤਾਂ ਤੁਸੀਂ ਯੂਨੀਵਰਸਿਟੀ ਦੀ ਇੰਟਰਵਿਊ 'ਚੋਂ ਲੰਘੋਗੇ। ਉਹ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋਊਗਾ। ਐਲੀਜੀਬਲ ਤੁਸੀਂ ਹੈਗੇ ਹੋ, ਤੁਹਾਡੇ ਕੋਲ 70% ਇੰਗਲਿਸ਼ ਹੈ, 70% ਇੰਗਲਿਸ਼ ਹੈ, 80% ਇੰਗਲਿਸ਼ ਹੈ, ਉਹਦੇ ਬੇਸ 'ਤੇ ਜਾਓਗੇ। ਪਰ ਉਹਦੇ ਬੇਸ 'ਤੇ ਫਿਰ ਜਿਹੜੀ ਯੂਨੀਵਰਸਿਟੀ ਜਾਓਗੇ ਉਹ ਤੁਹਾਡਾ ਇੰਟਰਵਿਊ ਲਊਗੀ। ਔਰ ਜੇ ਸਾਨੂੰ ਡੁਲਿੰਗੋ ਚਾਹੀਦਾ ਜਾਂ ਆਇਲਸ ਚਾਹੀਦਾ, ਤਾਂ ਉਹ ਜਿਹੜੀ ਚੀਜ਼ ਆ ਉਹ ਸਾਨੂੰ ਇੱਕ ਪੋਸੀਬਿਲਿਟੀ ਕ੍ਰੀਏਟ ਕਰ ਦੂਗੀ। ਅਸੀਂ ਤੁਹਾਨੂੰ ਸਿੱਧਾ ਉਸ ਯੂਨੀਵਰਸਿਟੀ 'ਚ ਭੇਜ ਸਕਦੇ ਹਾਂ ਜਿੱਥੇ ਇੰਟਰਵਿਊ ਦੀ ਫਾਰਮੈਲਿਟੀ ਨਹੀਂ ਹੈ ਔਰ ਪ੍ਰੋਸੈਸ ਫਾਸਟ ਰਹੂਗਾ। ਸੋ ਜੇ ਤੁਸੀਂ ਇਹ ਟੈਕਨੀਕਲ ਚੀਜ਼ਾਂ ਨੂੰ ਕੰਸਲਟੈਂਟ ਦੇ ਨਾਲ ਸਮਝ ਕੇ ਚੱਲੋਗੇ ਜਾਂ ਸਮਝਦਾਰ ਕੰਸਲਟੈਂਟ ਦੇ ਨਾਲ ਚੱਲੋਗੇ, ਤੇ ਆਈ ਥਿੰਕ ਤੁਸੀਂ ਜ਼ਿਆਦਾ ਸੇਫ ਰਹੋਗੇ ਔਰ ਪ੍ਰੋਸੈਸ ਨੂੰ ਕਿਤੇ ਜ਼ਿਆਦਾ ਫਾਸਟ ਕਰ ਸਕੋਗੇ। ਸੈਪਟੈਂਬਰ ਲਈ ਵੀ ਹੁਣ ਜਿੱਦਾਂ ਐਪਲੀਕੇਸ਼ਨਸ ਨੇ, ਮੰਨ ਲਓ ਮੇਵ ਲਈ ਵੀ ਚਲੋ ਇਹ ਜੇ ਲੱਗ ਰਹੀਆਂ ਨੇ, ਉਹਦੇ ਲਈ ਵੀ ਬੱਚੇ ਲਾ ਸਕਦੇ ਆ, ਬਟ ਸੈਪਟੈਂਬਰ ਦੀਆਂ ਐਪਲੀਕੇਸ਼ਨਸ ਨੂੰ ਲੈ ਕੇ ਹਜੇ ਬੱਚਿਆਂ ਦਾ ਕੀ ਰਵੱਈਆ ਹੁੰਦਾ ਹੈ, ਹਜੇ ਤਾਂ 8 ਮਹੀਨੇ ਪਏ ਆ, ਹੁਣੇ ਆਪਾਂ ਐਪਲੀਕੇਸ਼ਨਸ ਕਿਉਂ ਸ਼ੁਰੂ ਕਰਨੀਆਂ, ਲਾਗੇ ਜਾ ਕੇ ਕਰ ਲਾਂਗੇ, 2 ਮਹੀਨੇ ਠਹਿਰ ਕੇ ਕਰ ਲਾਂਗੇ। ਹੁਣ ਇਹੀ ਪ੍ਰੋਬਲਮ ਹੈ, ਕਿਉਂਕਿ ਅਗਰ ਤੁਸੀਂ ਹੁਣ ਸ਼ੁਰੂ ਕਰਦੇ ਹੋ ਤਾਂ ਏਜੰਟ ਤੁਹਾਡਾ ਜਿਹੜਾ ਜੀ ਉਹ ਤੁਹਾਨੂੰ ਅਰਲੀ ਬਰਡ ਸਕੀਮ ਦੇ ਅੰਦਰ ਡਿਸਕਾਊਂਟ ਲੈ ਕੇ ਦੇ ਸਕਦਾ ਹੈ, ਸਕਾਲਰਸ਼ਿਪ ਵੱਧ ਮਿਲ ਸਕਦੀਆਂ ਨੇ ਤੁਹਾਨੂੰ, ਕਿਉਂਕਿ ਹਜੇ ਯੂਨੀਵਰਸਿਟੀਆਂ ਕੋਲ ਪ੍ਰੋਫਾਈਲ ਘੱਟ ਨੇ, ਸੋ ਉਹਨਾਂ ਕੋਲ ਚੁਆਇਸ ਘੱਟ ਆ, ਉਹ ਤੁਹਾਨੂੰ ਬੈਸਟ ਚੀਜ਼ ਆਫਰ ਕਰ ਸਕਦੇ ਆ। ਟਾਈਮਲੀ ਆਫਰ ਲੈਟਰ ਤੁਹਾਨੂੰ ਇਸ਼ੂ ਕਰ ਸਕਦੇ ਆ। ਇਹੀ ਆਫਰ ਲੈਟਰ ਜਦੋਂ ਤੁਸੀਂ ਜਾ ਕੇ ਭੀੜ ਦੇ ਵਿੱਚ ਲੈਣੀ ਹੈ, ਜੂਨ ਜੁਲਾਈ ਦੇ ਵਿੱਚ ਲੈਣੀ ਹੈ, ਮਈ ਦੇ ਵਿੱਚ ਲੈਣੀ ਹੈ, ਤਾਂ ਤੁਸੀਂ ਉਹ ਇੱਕ ਭੀੜ ਵਾਲੀ ਲਾਈਨ 'ਚ ਲੱਗੋਗੇ, ਉਹਦੇ 'ਚ ਫਿਰ ਇੰਤਜ਼ਾਰ ਲੱਗੂਗਾ, ਉਹਦੇ 'ਚ ਫਿਰ ਤੁਹਾਨੂੰ ਤਕਲੀਫ ਹੋਊਗੀ। ਸੋ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਸਮਝਣਾ ਪੈਣਾ ਕਿ ਕੰਸਲਟੈਂਟ ਦੀ ਜਿਹੜੀ ਚੋਣ ਹੈ ਉਹ ਤੁਹਾਡੇ ਪ੍ਰੋਸੈਸ ਨੂੰ ਬਹੁਤ ਜ਼ਿਆਦਾ ਹੈਂਪਰ ਕਰਦੀ ਹੈ। ਸੋ ਆਪਣਾ ਕੰਸਲਟੈਂਟ ਸੋਚ ਸਮਝ ਕੇ ਚੁਣੋ। ਯੂਕੇ ਜਿੰਨਾ ਵਧੀਆ ਮੌਕਾ ਔਰ ਅਪਰਚੁਨਿਟੀ ਦੇ ਰਿਹਾ, ਜਿਹਦੇ 'ਚ ਤੁਸੀਂ ਇਕੱਲੇ ਆਪ ਨਹੀਂ ਜਾ ਸਕਦੇ, ਤੁਸੀਂ ਸਪਾਊਸ ਨੂੰ ਲਿਜਾ ਸਕਦੇ ਹੋ, ਤੁਸੀਂ ਬੱਚਿਆਂ ਨੂੰ ਲਿਜਾ ਸਕਦੇ ਹੋ, ਔਰ ਫਿਊਚਰ ਸੈਟਲਮੈਂਟਸ ਦੇ ਰਿਹਾ, ਔਰ ਜੌਬਸ ਦੀ ਤਾਂ ਇਸ ਟਾਈਮ ਕੋਈ ਸ਼ਾਰਟੇਜ ਨਹੀਂ ਗੀ, ਔਰ ਸਕਸੈਸ ਰੇਟ ਇੰਨਾ ਸ਼ਾਨਦਾਰ ਦੇ ਰਿਹਾ ਕਿ ਕਿਤੇ ਪੈਸਾ ਵੇਸਟ ਹੋਣ ਦਾ ਡਰ ਨਹੀਂ ਹੈਗਾ। ਸੋ ਉਹਦੇ ਵਿੱਚ ਵੀ ਜੇ ਜਸਟ ਤੁਸੀਂ ਆਪਣੇ ਆਲਸ ਦੇ ਕਰਕੇ ਆਪਣੇ ਪ੍ਰੋਫਾਈਲਸ ਨੂੰ ਖਰਾਬ ਕਰ ਰਹੇ ਹੋ ਤਾਂ ਇੱਕ ਵੱਡੀ ਗਲਤੀ ਕਰ ਰਹੇ ਹੋ। ਬਾਕੀ ਬ੍ਰੌਡਵੇ ਤੋਂ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਯੂਕੇ ਨੂੰ ਲੈ ਕੇ ਪੂਰਾ ਕੇਸ ਤੁਸੀਂ ਇੱਕ ਪੈਕੇਜ ਦੇ ਰੂਪ 'ਚ ਅਪਲਾਈ ਕਰ ਸਕਦੇ ਹੋ, ਜਿਹਦੇ 'ਚ ਕੋਈ ਪੈਸਾ ਤੁਹਾਡਾ ਪਹਿਲਾਂ ਖਰਚ ਨਹੀਂ ਹੋਏਗਾ। ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੱਗਣਗੇ, ਭਾਵੇਂ ਯੂਨੀਵਰਸਿਟੀ ਫੀਸ ਹੈ, ਅੰਬੈਸੀ ਹੈ, ਇੰਸ਼ੋਰੈਂਸ ਹੈ, ਮੈਡੀਕਲ ਹੈ ਜਾਂ ਅਦਰ ਐਕਸਪੈਂਸਿਸ ਹੈ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।